गुड मॉर्निंग स्टूडेंट्स। बेटा मैं संदीप साइंस मास्टर गवर्नमेंट सीनियर सैकेंडरी स्मार्ट स्कूल मुकंदपुर डिस्ट्रिक्ट शहीद भगत सिंह नगर ਤੁਹਾਡਾ ਫਿਰ ਤੋਂ ਸਵਾਗਤ ਕਰਦਾ ਹਾਂ ਬੇਟਾ। ਆਪਾਂ ਬੇਟਾ ਜੋ ਸਾਡਾ ਹੁਣ ਟੈਸਟ ਹੋਣ ਜਾ ਰਿਹਾ, ਪਹਿਲਾਂ ਪੈਸ, ਉਸ ਤੋਂ ਬਾਅਦ ਨੈਸ ਦੀ ਸਾਡੇ ਸਕੂਲਾਂ ਦੇ ਵਿੱਚ ਇੱਕ ਸਰਵੇ ਹੋਣਾ ਆ। ਉਹਦੇ ਸੰਬੰਧ ਦੇ ਵਿੱਚ ਆਪਾਂ ਪਿਛਲੇ ਕੁਝ ਦਿਨਾਂ ਤੋਂ ਤਿਆਰੀ ਕਰ ਰਹੇ ਹਾਂ ਬੇਟਾ। ਆਪਾਂ 3 ਚੈਪਟਰ ਜੋ ਅਪ੍ਰੈਲ ਅਤੇ ਮਈ ਦੇ ਸਿਲੇਬਸ ਦੇ ਸੀ ਉਹ ਡਿਸਕਸ ਕਰ ਚੁੱਕੇ ਹਾਂ 10th ਕਲਾਸ ਦੇ। ਅੱਜ ਮੈਂ ਜੋ 11th ਚੈਪਟਰ ਹੈ ਕਲਾਸ 10th ਦਾ, ਦ ਹਿਊਮਨ ਆਈ ਦ ਕਲਰਫੁਲ ਵਰਡ, ਉਹਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਮੈਂ ਕੁਐਸਚਨਸ ਬੇਟਾ ਉਹੀ ਪੰਜਾਬ ਐਡੂਕੇਅਰ ਐਪ ਤੋਂ ਹੀ ਲਏ ਨੇ। ਅਗਰ ਆਪਾਂ ਹੁਣ ਇਹਨਾਂ ਕੁਐਸਚਨ ਦੀ ਡਿਸਕਸ਼ਨ ਸ਼ੁਰੂ ਕਰੀਏ ਤਾਂ ਫਸਟ ਕੁਐਸਚਨ ਹੈ ਬੇਟਾ, A human eye can form sharp image of different objects lying at different distance by changing the focal length of the eye lens on the retina. This is done due to ਕੀ ਹੁੰਦਾ, ਕੀ ਮਤਲਬ ਹੈ ਕਿ ਜਿਹੜੀ ਸਾਡੀ ਅੱਖ ਹੈ ਉਹ ਕਿਸੇ ਵੀ ਡਿਫਰੈਂਟ ਪੋਜੀਸ਼ਨਸ 'ਤੇ ਪਈਆਂ ਆਬਜੈਕਟਸ ਹੈ, ਡਿਫਰੈਂਟ ਡਿਸਟੈਂਸ 'ਤੇ ਪਈਆਂ ਆਬਜੈਕਟਸ ਹੈ, ਉਹਨਾਂ ਦਾ ਬੇਟਾ ਇਮੇਜ ਹੈ ਜਿਹੜਾ ਉਹ ਹਮੇਸ਼ਾ ਰੈਟੀਨਾ 'ਤੇ ਬਣਾਉਣੀ ਆ। ਉਹ ਕਿਵੇਂ ਬਣਾਉਣੀ ਆ, ਵਾਟ ਇਜ਼ ਦਾ ਪਾਵਰ ਆਫ ਦਾ ਆਈ ਜਿਹਦੇ ਕਰਕੇ ਉਹ ਇਮੇਜ ਰੈਟੀਨਾ 'ਤੇ ਹੀ ਬਣਾਉਂਦੀ ਹੈ। ਦੈਟ ਇਜ਼ ਦਾ ਪਾਵਰ ਆਫ ਅਕੋਮੋਡੇਸ਼ਨ। ਜੋ ਡੀ ਆਪਸ਼ਨ ਹੈ ਬੇਟਾ ਉਹ ਕਰੈਕਟ ਆਨਸਰ ਹੋਏਗਾ। ਆਪਾਂ ਥੋੜ੍ਹਾ ਜਿਹਾ ਬੇਟਾ ਇਹਨੂੰ ਡਿਸਕਸ ਕਰ ਲਈਏ ਕਿ ਦੇਖੋ ਜੋ ਅੱਖ ਦੀ ਸਟਰਕਚਰ ਹੈ, ਇਹ ਮੈਂ ਤੁਹਾਨੂੰ ਪਹਿਲਾਂ ਹੀ ਡਿਸਕਸ ਕਰਨ ਲੱਗਾ ਥੋੜ੍ਹੀ ਜਿਹੀ, ਕਿਉਂਕਿ ਕਾਫੀ ਕੁਐਸਚਨ ਤੁਹਾਡੇ ਇਸ ਚੈਪਟਰ ਦੇ ਨਾਲ ਰਿਲੇਟਡ ਨੇ। ਇਹ ਹੁਣ ਸਾਡੀ ਅੱਖ ਦੀ ਸਟਰਕਚਰ ਹੈ ਬੇਟਾ। ਅੱਖ ਡਬਲ ਲੇਅਰਡ ਹੁੰਦੀ ਹੈ, ਠੀਕ ਹੈ। ਆਪਾਂ ਡਬਲ ਲੇਅਰ ਇੱਥੋਂ ਬਣਾ ਸਕਦੇ ਹਾਂ, ਡਰਾਅ ਕਰ ਸਕਦੇ ਹਾਂ। ਜੋ ਆਊਟਰ ਮੋਸਟ ਸਰਫੇਸ ਹੈ, ਆਊਟਰ ਮੋਸਟ ਜਿਹੜਾ ਬਾਹਰਲਾ ਸਭ ਤੋਂ ਪੋਰਸ਼ਨ ਹੈ, ਬਲਜ਼ਡ ਪੋਰਸ਼ਨ ਹੈ, ਬਾਹਰੋਂ ਨਿਕਲਿਆ ਹੋਇਆ, ਉਹਨੂੰ ਆਪਾਂ ਕਹਿੰਦੇ ਹਾਂ ਬੇਟਾ ਕੋਰਨੀਆ, ਠੀਕ ਹੈ। ਟਰਾਂਸਪੇਰੈਂਟ ਹੈ, ਇਹਦੇ ਵਿੱਚੋਂ ਲਾਈਟ ਐਂਟਰ ਹੁੰਦੀ ਹੈ ਅੱਖ ਦੇ ਵਿੱਚ, ਠੀਕ ਹੈ। ਔਰ ਬੇਟਾ ਇਹ ਜੋ ਡਬਲ ਲੇਅਰ ਤੋਂ ਨੀਚੇ ਅਗਰ ਆਪਾਂ ਨੀਚੇ ਜਾਈਏ ਤਾਂ ਇੱਥੇ ਇੱਕ ਸਟਰਕਚਰ ਹੈ, ਇਸ ਨੂੰ ਆਪਾਂ ਬੇਟਾ ਕਹਿ ਦਿੰਦੇ ਹਾਂ ਆਇਰਸ, ਠੀਕ ਹੈ। ਇਹ ਜਿਹੜੀ ਸਟਰਕਚਰ ਹੈ ਇਹ ਵਾਲੀ ਬਲਜ਼ ਅੰਦਰ ਨੂੰ ਨਿਕਲੀਆਂ ਹੁੰਦੀਆਂ, ਜਿਹਨੇ ਕੋਰਨੀਆ ਤੋਂ ਲਾਈਟ ਅੰਦਰ ਐਂਟਰ ਹੋਣੀ ਆ, ਉਹਨੂੰ ਕੰਟਰੋਲ ਕਰਨਾ। ਇਹ ਆਇਰਸ ਦੇ ਜਿਹੜੇ ਵਿੱਚ ਓਪਨਿੰਗ ਹੈ ਦੋਨੋਂ ਆਇਰਸ ਦੇ, ਇਹਨੂੰ ਬੇਟਾ ਆਪਾਂ ਕਹਿੰਦੇ ਹਾਂ ਪਿਊਪਲ ਜਾਂ ਪੁਤਲੀ, ਠੀਕ ਹੈ। ਹੁਣ ਜਦੋਂ ਲਾਈਟ ਕੋਰਨੀਆ ਦੇ ਵਿੱਚੋਂ ਪਾਸ ਹੁੰਦਾ ਤਾਂ ਪੁਤਲੀ ਦੇ ਵਿੱਚੋਂ ਪਾਸ ਹੋ ਕੇ ਆ ਹੈਗਾ ਬੇਟਾ ਰੈਟੀਨਾ। ਰੈਟੀਨਾ ਦੇ ਉੱਪਰ ਜਾ ਕੇ ਆਬਜੈਕਟ ਦਾ ਇਮੇਜ ਬਣਦਾ। ਫਿਰ ਆਪਾਂ ਨੂੰ ਜਿਹੜੀ ਆਬਜੈਕਟ ਹੈ, ਜਦੋਂ ਰੈਟੀਨਾ ਦੇ ਉੱਪਰ ਇਮੇਜ ਬਣੇਗਾ ਦੈਨ ਵੀ ਕੈਨ ਸੀ ਦਾ ਆਬਜੈਕਟ, ਓਕੇ। ਔਰ ਫਿਰ ਇਹ ਆਪਟਿਕ ਨਰਵ ਹੈ ਬੇਟਾ। ਇਸ ਆਪਟਿਕ ਨਰਵ ਰਾਹੀਂ ਜਿਹੜਾ ਮੈਸੇਜ ਹੈ ਸਾਡੇ ਬ੍ਰੇਨ ਤੱਕ ਜਾਂਦਾ ਔਰ ਸਾਨੂੰ ਕੋਈ ਵੀ ਚੀਜ਼ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ, ਠੀਕ। ਇਹ ਜੋ ਪਿਊਪਲ ਤੋਂ ਅੱਗੇ ਜੋ ਲਾਈਟ ਫੋਕਸ ਹੁੰਦੀ ਆ ਰੈਟੀਨਾ ਦੇ ਉੱਪਰ, ਦੈਟ ਇਜ਼ ਡਨ ਬਾਈ, ਇੱਥੇ ਇੱਕ ਲੈਂਸ ਹੈ ਬੇਟਾ ਇਹਦੇ ਨੀਲ ਲੋਬ ਪਿਛਲੇ ਸਾਈਡ 'ਤੇ, ਦੈਟ ਇਜ਼ ਕਨਵੈਕਸ ਲੈਂਸ, ਠੀਕ ਹੈ। ਇਹ ਪਿਊਪਲ ਹੈ ਅੱਗੇ ਓਪਨਿੰਗ, ਦਿਸ ਇਜ਼ ਕਨਵੈਕਸ ਲੈਂਸ। ਇਹ ਲੈਂਸ ਹੁੰਦਾ ਇੱਕ ਕ੍ਰਿਸਟਲਾਈਨ ਲੈਂਸ ਆਪਾਂ ਇਹਨੂੰ ਕਹਿ ਦਿੰਦੇ ਹਾਂ। ਇਹਨੇ ਫੋਕਸ ਕਰਨਾ ਲਾਈਟ ਨੂੰ ਰੈਟੀਨਾ ਦੇ ਉੱਪਰ, ਠੀਕ ਹੈ। ਇਹਦੀ ਫੋਕਸਿੰਗ ਨੂੰ ਐਡਜਸਟ ਕਰਨ ਦੇ ਲਈ ਬੇਟਾ ਇੱਥੇ ਕੁਛ ਮਸਲਸ ਹੁੰਦੇ ਆ, ਆਪਾਂ ਇਹਨਾਂ ਬਾਰੇ ਕੁਛ ਪੜ੍ਹਾਂਗੇ, ਠੀਕ ਹੈ। ਇਹ ਮਸਲ ਜਿਹੜੇ ਆਇਰਸ ਨਾਲ ਵੀ ਅਟੈਚ ਹੈ ਔਰ ਲੈਂਸ ਨਾਲ ਵੀ ਅਟੈਚ ਹੈ, ਇਹਨੂੰ ਕੰਟਰੋਲ ਕਰਦੇ ਆ, ਠੀਕ ਹੈ। ਜੋ ਲੈਂਸ ਹੈ ਉਹਦੀ ਫੋਕਸ ਦੂਰੀ ਨੂੰ ਔਰ ਆਇਰਸ ਦੇ ਸਾਈਜ਼ ਨੂੰ, ਠੀਕ ਹੈ, ਇਹ ਮਸਲ ਕੰਟਰੋਲ ਕਰਦੇ ਆ। ਇਹ ਸੋ ਅੱਖ ਦੀ ਸਟਰਕਚਰ ਹੈ ਜੋ ਤੁਹਾਨੂੰ ਮੈਂ ਮੇਨ ਸਮਝਾਈ ਆ। ਇਹਦੇ ਨਾਲ ਰਿਲੇਟਡ ਬਹੁਤ ਸਾਰੇ ਕੁਐਸਚਨ ਨੇ। ਸੋ ਅਕੋਮੋਡੇਸ਼ਨ ਦਾ ਮਤਲਬ ਇਹ ਹੈ ਬੇਟਾ, ਪਾਵਰ ਆਫ ਅਕੋਮੋਡੇਸ਼ਨ, ਕਿ ਜਿੱਥੇ ਵੀ ਡਿਸਟੈਂਸ ਦੇ ਵਿੱਚ ਆਬਜੈਕਟ ਪਈ ਹੋਵੇ, ਜਿੱਥੇ ਵੀ ਪਈ ਹੋਵੇ, ਉਹਨੂੰ ਰੈਟੀਨਾ ਦੇ ਉੱਪਰ ਫੋਕਸ ਕਰਨਾ, ਰੈਟੀਨਾ ਉੱਪਰ ਹੀ ਫੋਕਸ ਕਰਨਾ, ਤਾਂ ਹੀ ਸਾਨੂੰ ਚੀਜ਼ ਨਜ਼ਰ ਆਏਗੀ। ਦੈਟ ਇਜ਼ ਡਨ ਬਾਈ ਪਾਵਰ ਆਫ ਅਕੋਮੋਡੇਸ਼ਨ, ਠੀਕ। नेक्स्ट क्वेश्चन है बेटा, द ह्यूमन आई फॉर्म द इमेज ऑन ऑब्जेक्ट एट इट्स, कहाँ पे कितने बनता है, जो हमेशा ही जी ऑब्जेक्ट है आप गल करके हटे हाँ वह इमेज रैटीना ते बनता, ठीक। सो दिस इज सैकेंड आंसर। थर्ड है बेटा, लीस्ट डिस्टेंस ऑफ डिस्टिंक्ट विजन ऑफ ए नॉर्मल आई ऑफ एन अडल्ट इज कितना होंगे, दैट इज़ 25 सेंटीमीटर्स।
ਇਹਨੂੰ ਆਪਾਂ ਇਹ ਕਹਿ ਦਿੰਦੇ ਹਾਂ ਬੇਟਾ ਕਿ ਸਪਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ, ਕਿ ਜਿੱਥੇ ਸਾਨੂੰ ਕਲੀਅਰਲੀ ਦਿਖਦਾ। ਅਗਰ ਆਪਾਂ 25 ਸੈਂਟੀਮੀਟਰ ਤੋਂ ਨੇੜੇ ਬੇਟਾ ਦੇਖਣ ਦੀ ਕੋਸ਼ਿਸ਼ ਕਰਾਂਗੇ ਨਾ ਬੁੱਕ ਨੂੰ ਲਿਆ ਕੇ, ਸਾਨੂੰ ਪੜ੍ਹਨਾ ਮੁਸ਼ਕਿਲ ਹੋਏਗਾ, ਸਾਡੇ ਅੱਖਾਂ 'ਤੇ ਸਟ੍ਰੈਸ ਪਏਗਾ, ਸਟ੍ਰੇਨ ਪਏਗਾ ਬਹੁਤ ਜ਼ਿਆਦਾ। ਠੀਕ ਹੈ, 25 ਸੈਂਟੀਮੀਟਰ ਦੂਰ ਵੀ ਆਪਾਂ ਜੋ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਕੋਈ ਰੀਡੇਬਲ ਨਹੀਂ ਹੋਏਗੀ ਚੀਜ਼। ਸੋ ਜਿਹੜੀ ਲੀਸਟ ਡਿਸਟੈਂਸ ਹੈ ਡਿਸਟਿੰਕਟ ਵਿਜ਼ਨ ਦਾ, ਦੈਟ ਇਜ਼ 25 ਸੈਂਟੀਮੀਟਰ। ਨੈਕਸਟ ਕੁਐਸਚਨ ਹੈ ਫੋਰਥ ਬੇਟਾ, ਦ ਚੇਂਜ ਇਨ ਫੋਕਲ ਲੈਂਥ ਆਫ ਐਨ ਆਈ ਲੈਂਸ ਇਜ਼ ਕੌਜ਼ਡ ਬਾਈ ਦ ਐਕਸ਼ਨ ਆਫ ਦ, ਮੈਂ ਹੁਣੇ ਗੱਲ ਕਰਕੇ ਹਟਿਆ ਕਿ ਤੁਹਾਨੂੰ ਕਿਹਾ ਸੀ ਨਾ ਕਿ ਲੈਂਸ ਹੈ ਜਿਹੜਾ ਉਹ ਔਰ ਆਇਰਸ ਹੈ ਜਿਹੜਾ, ਦੈਟ ਇਜ਼ ਅਟੈਚ ਟੂ ਦਾ ਸਿਲਰੀ ਮਸਲਸ। ਉਹ ਸਿਲਰੀ ਮਸਲ ਜਿਹੜੇ ਆ ਉਹ ਆਈ ਲੈਂਸ ਦੀ ਫੋਕਸ ਦੂਰੀ ਨੂੰ ਐਡਜਸਟ ਕਰਦੇ ਆ। ਠੀਕ, ਸੋ ਆਂਸਰ ਇਜ਼ ਸਿਲਰੀ ਮਸਲਸ। Next है fifth question, human eye is able to form the image of the object at different positions. This is due to, that is again same, that is due to accommodation. ठीक है, almost same ही question है। Next है बेटा sixth question, myopia can be corrected by। ਹੁਣ ਮਾਇਓਪੀਆ ਬੇਟਾ ਕੀ ਆ, ਤੁਸੀਂ ਚੈਪਟਰ ਪੜ੍ਹਿਆ, ਇਹਨੂੰ ਆਪਾਂ ਬੇਟਾ ਕਹਿੰਦੇ ਆ ਨਿਕਟ ਦ੍ਰਿਸ਼ਟੀ ਦੋਸ਼। ਠੀਕ ਹੈ, ਮਾਇਓਪੀਆ ਨੂੰ ਅਸੀਂ ਨਿਕਟ ਦ੍ਰਿਸ਼ਟੀ ਦੋਸ਼ ਵੀ ਕਹਿ ਦਿੰਦੇ ਹਾਂ, ਜਾਂ ਇਹਨੂੰ ਆਪਾਂ ਕਹਿ ਦਿੰਦੇ ਹਾਂ ਸ਼ਾਰਟ ਸਾਈਟਡਨੈਸ। ਠੀਕ ਹੈ, ਹੁੰਦਾ ਕੀ ਆ, ਆਪਾਂ ਨੋਰਮਲੀ ਕਹਿੰਦੇ ਆ ਨਾ ਕਿ ਇਹ ਸਾਡੀ ਅੱਖ ਹੈ। ਓਕੇ, ਅੱਖ ਦੇ ਵਿੱਚ ਲੈਂਸ ਹੈ, ਲੈਂਸ ਹਮੇਸ਼ਾ ਲਾਈਟ ਆਉਂਦੀ ਆ, ਲੈਂਸ ਨਾਲ ਟਕਰਾਉਂਦੀ ਆ ਔਰ ਇਮੇਜ ਹਮੇਸ਼ਾ ਰੈਟੀਨਾ 'ਤੇ ਬਣਦਾ। ਬਟ ਮਾਇਓਪੀਆ ਦੇ ਵਿੱਚ ਇਮੇਜ ਕਿੱਥੇ ਬਣਦਾ, ਰੈਟੀਨਾ ਤੋਂ ਪਹਿਲਾਂ ਹੀ ਬਣ ਜਾਂਦਾ ਬੇਟਾ, ਇੱਥੇ ਬਣ ਗਿਆ, ਕਿਉਂਕਿ ਨਿਕਟ ਬਣ ਗਿਆ, ਨੇੜੇ ਬਣ ਗਿਆ, ਇਹਨੂੰ ਅਸੀਂ ਨਿਕਟ ਦ੍ਰਿਸ਼ਟੀ ਦੋਸ਼ ਕਹਿ ਦਿੰਦੇ ਹਾਂ। ਔਰ ਇਹਦੇ ਵਿੱਚ ਸਾਨੂੰ ਦੂਰ ਦੀ ਚੀਜ਼ ਨਜ਼ਰ ਨਹੀਂ ਆਉਂਦੀ। ਹੁੰਦਾ ਕਿਉਂ ਆ, ਕਿਉਂਕਿ ਜਿਹੜਾ ਇਹ ਲੈਂਸ ਹੈ ਬੇਟਾ, ਇਹਦੀ ਫੋਕਸ ਦੂਰੀ ਜਿਹੜੀ ਹੈ ਬਹੁਤ ਘੱਟ ਜਾਂਦੀ ਹੈ। ਐਕਚੁਅਲ ਦੇ ਵਿੱਚ ਲੈਂਸ ਫੋਕਸ ਕਰਦਾ ਲਾਈਟ ਨੂੰ, ਆਬਜੈਕਟ ਨੂੰ ਇੱਥੇ ਰੈਟੀਨਾ ਦੇ ਉੱਪਰ, ਬਟ ਇਹ ਤੋਂ ਫੋਕਸ ਦੂਰੀ ਡਿਕਰੀਜ਼ ਹੋ ਗਈ, ਇਮੇਜ ਜਿਹੜਾ ਰੈਟੀਨਾ ਤੋਂ ਅੱਗੇ ਬਣ ਗਿਆ, ਉਹਨੂੰ ਅਸੀਂ ਸਾਈਟਡਨੈਸ ਜਾਂ ਮਾਇਓਪੀਆ ਜਾਂ ਨਿਕਟ ਦ੍ਰਿਸ਼ਟੀ ਦੋਸ਼ ਕਹਿ ਦਿੰਦੇ ਹਾਂ। ਹੁਣ ਕੁਐਸਚਨ ਹੈ ਕਿ ਉਹਨੂੰ ਕਿੱਦਾਂ ਠੀਕ ਕਰ ਸਕਦੇ ਹਾਂ। ਹੁਣ ਠੀਕ ਕਰਨ ਦੇ ਲਈ ਬੇਟਾ ਆਪਾਂ ਦੋ ਟਾਈਪ ਦੇ ਲੈਂਸ ਬਾਰੇ ਪੜ੍ਹਿਆ। ਇੱਕ ਇਹ ਲੈਂਸ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਕਨਵੈਕਸ ਲੈਂਸ, ਇੱਕ ਇਹ ਲੈਂਸ ਹੁੰਦਾ ਜਿਹਨੂੰ ਅਸੀਂ ਕਹਿ ਦਿੱਤਾ ਕਨਕੇਵ ਲੈਂਸ। ਅਗਰ ਤੁਹਾਨੂੰ ਯਾਦ ਹੋਏਗਾ ਬੇਟਾ, ਇਸ ਲੈਂਸ ਨੂੰ ਅਸੀਂ ਕਨਵਰਜਿੰਗ ਲੈਂਸ ਵੀ ਕਹਿ ਦਿੰਦੇ ਹਾਂ। ਠੀਕ ਹੈ, ਔਰ ਜਿਹੜਾ ਇਹ ਲੈਂਸ ਹੈ ਅਵਤਲ ਲੈਂਸ ਹੈ, ਦਿਸ ਇਜ਼ ਆਲਸੋ ਨੋਨ ਐਜ਼ ਡਾਈਵਰਜਿੰਗ ਲੈਂਸ। ਡਾਈਵਰਜਿੰਗ ਦਾ ਮਤਲਬ ਹੁੰਦਾ ਲਾਈਟ ਨੂੰ ਫੈਲਾਉਣ ਵਾਲਾ, ਕਨਵਰਜਿੰਗ ਦਾ ਮਤਲਬ ਲਾਈਟ ਨੂੰ ਇਕੱਠਾ ਕਰਨ ਵਾਲਾ। ਹੁਣ ਇੱਥੇ ਬੇਟਾ ਆਪਾਂ ਨੂੰ ਕੀ ਕਰਨ ਦੀ ਲੋੜ ਹੈ, ਲਾਈਟ ਨੂੰ ਫੈਲਾਉਣ ਦੀ ਲੋੜ ਹੈ। ਠੀਕ ਹੈ, ਤਾਂ ਕਿ ਫੈਲ ਕੇ ਲਾਈਟ ਰੈਟੀਨਾ 'ਤੇ ਫੋਕਸ ਹੋ ਜਾਏ। ਉਹ ਕਾਹਦੇ ਨਾਲ ਹੋਏਗਾ, ਉਹ ਅਗਰ ਇਹਦੇ ਉੱਪਰ ਅੱਗੇ ਆਪਾਂ ਇੱਕ ਡਾਈਵਰਜਿੰਗ ਲੈਂਸ ਭਾਵ ਕਨਕੇਵ ਲੈਂਸ ਜਿਹੜਾ ਆ ਉਹ ਲਗਾ ਦਈਏ। ਠੀਕ ਹੈ, ਕਨਕੇਵ ਲੈਂਸ ਨਾਲ ਜਿਹੜਾ ਦੋਸ਼ ਹੈ ਇਹ ਦੂਰ ਹੋ ਜਾਏਗਾ। ਨੈਕਸਟ ਕੁਐਸਚਨ ਹੈ ਬੇਟਾ, ਦ ਮੈਗਨੀਫਿਕੇਸ਼ਨ ਆਫ ਏ ਮੈਗਨੀਫਾਈਂਗ ਲੈਂਸ ਆਫ ਫੋਕਲ ਲੈਂਥ 5 ਸੈਂਟੀਮੀਟਰ ਇਜ਼। ਹੁਣ ਦੇਖੋ ਮੈਗਨੀਫਿਕੇਸ਼ਨ ਦਾ ਜੋ ਤੁਹਾਡੀ ਬੁੱਕ ਦੇ ਵਿੱਚ ਫਾਰਮੂਲਾ ਦੇ ਰਿਹਾ, ਦੋ ਫਾਰਮੂਲੇ ਦੇ ਰਿਹਾ ਬੇਟਾ, ਬਸ ਉਹਨਾਂ ਦੋਨਾਂ ਦੇ ਵਿੱਚ ਇਹ ਕੈਲਕੂਲੇਸ਼ਨ ਪੋਸੀਬਲ ਨਹੀਂ, ਇਹਦੇ ਲਈ ਆਪਾਂ ਇਹ ਫਾਰਮੂਲਾ ਯੂਜ਼ ਕਰਨਾ। ਥੋੜਾ ਹਾਇਰ ਕਲਾਸਿਸ ਦੀ ਗੱਲ ਹੈ ਵੈਸੇ। ਠੀਕ ਹੈ, ਐਮ ਇਜ਼ ਮੈਗਨੀਫਿਕੇਸ਼ਨ, ਡੀ ਇਜ਼ ਦਾ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ। ਠੀਕ ਹੈ, ਇਹ ਕਿੰਨਾ ਹੁੰਦਾ ਬੇਟਾ, ਦਿਸ ਇਜ਼ 25। ਠੀਕ ਹੈ, ਫੋਕਸ ਦੂਰੀ ਕਿੰਨੀ ਆ 5, ਸੋ ਆਂਸਰ ਇਜ਼ 5। ਓਕੇ, ਸੋ ਇਹ ਫਾਰਮੂਲਾ ਲਗਾ ਕੇ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਇਹਦਾ ਮੈਗਨੀਫਿਕੇਸ਼ਨ ਮੈਗਨੀਫਾਈਂਗ ਲੈਂਸ ਦੀ, ਜਿਹਦੀ ਫੋਕਸ ਦੂਰੀ 5 ਸੈਂਟੀਮੀਟਰ ਹੋਵੇ, ਉਹਦਾ ਆਂਸਰ ਹੈ 5। ਨੈਕਸਟ ਹੈ ਵਾਈਟ ਲਾਈਟ ਫਾਲਸ ਔਨ ਏ ਗ੍ਰਾਸ ਪ੍ਰਿਜ਼ਮ, ਦ ਲੀਸਟ ਡਿਵੇਟਡ ਕਲਰ ਇਜ਼। ਹੁਣ ਦੇਖੋ ਪ੍ਰਿਜ਼ਮ ਹੈ ਇੱਕ, ਪ੍ਰਿਜ਼ਮ ਦੇ ਵਿੱਚੋਂ ਲਾਈਟ ਆਈ, ਵਾਈਟ ਲਾਈਟ, ਉਹ ਸਪਰੈਡ ਹੋ ਕੇ ਬੇਟਾ 7 ਕਲਰਸ ਦੇ ਵਿੱਚ ਬ੍ਰੇਕਅਪ ਹੋ ਜਾਂਦੀ ਹੈ। ਠੀਕ ਹੈ, ਔਰ 7 ਕਲਰਸ ਦੇ ਵਿੱਚੋਂ ਸਭ ਤੋਂ ਨੀਚੇ ਵਾਲਾ ਕਲਰ ਹੁੰਦਾ ਵਾਇਲਟ, ਉੱਪਰ ਵਾਲਾ ਕਲਰ ਹੁੰਦਾ ਰੈੱਡ। ਅਗਰ ਆਪਾਂ ਪੂਰਾ ਦੇਖੀਏ ਤਾਂ ਨੀਚੇ ਤੋਂ ਸ਼ੁਰੂ ਕਰ ਲਈਏ ਤਾਂ ਇਹ ਕਲਰਸ ਹੁੰਦੇ ਆ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਜ਼ੈਲੋ, ਔਰੇਂਜ ਐਂਡ ਰੈੱਡ।
ਹੁਣ ਇਹ 'ਚ ਦੇਖਣ ਵਾਲੀ ਗੱਲ ਹੈ ਕਿ ਸਭ ਤੋਂ ਘੱਟ ਡੇਵੀਏਟ ਕਿਹੜਾ ਹੋਇਆ, ਦੈਟ ਇਜ਼ ਰੈਡ। ਓਕੇ, ਸੋ ਆਂਸਰ ਇਜ਼ ਰੈਡ। ठीक, नेक्स्ट क्वेश्चन है बेटा, ब्लू कलर ऑफ द स्काई इज़ ड्यू टू, जो ब्लू कलर है स्काई का वो क्यों हुंदा, आप देखते हैं बेटा जदों सनलाइट आ रही है साढ़े तक पहुँचती है तो एटमोसफेयर में बहुत सारे इदा के कण होंगे आ जिहड़े लाइट नूं स्कैटर करते हैं। ठीक है, लाइट नूं स्कैटर करते हैं, वो ਸਕੈਟਰਿੰਗ ਦੇ ਕਰਕੇ ਜਿਹੜਾ ਕਲਰ ਹੈ ਸਕਾਈ ਦਾ ਸਾਨੂੰ ਬਲੂ ਨਜ਼ਰ ਆਉਂਦਾ। ਸੋ ਆਂਸਰ ਇਜ਼ ਸਕੈਟਰਿੰਗ ਆਫ ਲਾਈਟ। ਨੈਕਸਟ ਹੈ ਬੇਟਾ, ਕਨਵੈਕਸ ਲੈਂਸ ਆਫ ਸਟੇਬਲ ਫੋਕਲ ਲੈਂਥ ਕੈਨ ਕਰੈਕਟ। ਸਾਡੇ ਕੋਲ ਇੱਕ ਕਨਵੈਕਸ ਲੈਂਸ ਹੈ, ਉਹ ਠੀਕ ਕਰ ਸਕਦਾ, ਕਿਹਨੂੰ ਠੀਕ ਕਰ ਸਕਦਾ, ਇੱਕ ਪ੍ਰੋਬਲਮ ਦੀ ਗੱਲ ਕਰ ਰਿਹਾ, ਸ਼ਾਰਟ ਸਾਈਟਡਨੈਸ ਨੂੰ ਠੀਕ ਕਰ ਸਕਦਾ, ਲੌਂਗ ਸਾਈਟਡਨੈਸ ਨੂੰ ਠੀਕ ਕਰ ਸਕਦਾ, ਠੀਕ ਹੈ, ਪ੍ਰੈਸਬਾਇਓਪੀਆ ਨੂੰ ਠੀਕ ਕਰ ਸਕਦਾ, ਜਾਂ ਐਸਟਿਗਮਾਟਿਜ਼ਮ ਨੂੰ ਠੀਕ ਕਰ ਸਕਦਾ। ओके, आप गल डिस्कस करके हटे हाँ कि ये मान लो अख है, ठीक है, इमेज कित्थे बनता अख दे विच, नॉर्मली रेटिना ते, बट अगर रेटिना तो मान लो पिछे बन जाए, इनू असीं फार साइटेडनेस कहने। हुण इनू लाइट नू इकट्ठा करने की लोड़ है, कन्वर्ज करने की लोड़ है। ठीक है, कन्वर्ज कौन करेगा, आप पढ़ करके हटे पहले क्वेश्चन च, कन्वैक्स लैंस। हुण यही क्वेश्चन पूछा कि कन्वैक्स लैंस जिहड़ा आ ऑफ स्टेबल फोकल लेंथ किहनूं ठीक कर सकदा, तो आप कहांगे वो लॉन्ग साइटेडनेस नूं ठीक कर सकदा। ठीक, नैक्सट क्वेश्चन है बेटा, द फोकल लेंथ ऑफ एन आई इज़ कंट्रोल्ड बाय, फोकल लेंथ किहने कंट्रोल करनी है, लेंस ने। और लेंस तो ऑप्शन च नहीं है, ठीक है, सो कौन कंट्रोल करेगा, दैट इज़ कंट्रोल्ड बाय सिलरी मसल्स। ओके, लेंस की फोकस दूरी नूं सिलरी मसल्स कंट्रोल करते। नैक्सट है, रेनबो इज़ फॉर्मड ड्यू टू। हुण रेनबो किद्दां बनदा, सतरंगी पींग आपां जिन्हों कहने आसमान च बनदी है, किद्दां बनदी है, उह च सारा कुछ हुंदा बेटा। एक साडे कोल मान लो पानी का ड्रॉप है, ठीक है, इस तो प्रकाश की किरण आती है, अंदर एंटर करती है तो मुड़ जाती है थोड़ी जी, उन्होंने आपां कहने ये हो गई रिफ्रैक्शन। ठीक है, फिर जाके बेटा इस लाइट की डिस्पर्शन भी होंदी आ, ते फिर टोटल इंटरनल रिफ्लैक्शन भी होंदी है। सो रिफ्लैक्शन भी होंदी है, डिस्पर्शन भी होंदी है। ठीक है, सो ये मतलब की होया कि तीनों ही हो गए। सो रेनबो तिन्ना नाल बनता, रिफ्लैक्शन नाल ते डिस्पर्शन ऑफ लाइट दे नाल थ्रू द वाटर ड्रॉपलेट। ठीक, नैक्सट क्वेश्चन है 13th, विच ऑफ द फॉलोइंग कलर हैज़ द लीस्ट वेवलेंथ। ठीक है, सब तो घट वेवलेंथ बेटा किहदी आ, वो वायलट कलर की है, इन्हूं याद कर लेना। तुहानूं कहा ना कि आ विबग्योर। ठीक है, सब तो घट जिहड़ी है बेटा वेवलेंथ है सब तो थल्ले वाले कलर की होंदी है, सब तो ज़्यादा उपर वाले की होंदी है रैड की। ठीक है, फ्रीकुएंसी तो उल्टा है, वायलट की वेवलेंथ सब तो घट है तो फ्रीकुएंसी सब तो ज़्यादा है, रैड की वेवलेंथ सब तो ज़्यादा है तो फ्रीकुएंसी सब तो घट है। सो वायलट कलर की जी वेवलेंथ है सब तो लीस्ट होंगी है, घट होंगी है। द कलर विच डिवेट द मोस्ट वाइल पासिंग थ्रू ए ग्लास प्रिज्म इज़, ग्लास प्रिज्म तो जिहड़ा कलर सब तो ज़्यादा डिवेट होंदा, सब तो घट रैड होंदा सी, सब तो ज़्यादा बेटा वायलट होंदा, सब तो नीचे वाला। नैक्सट है, नियर पॉइंट ऑफ एन आई सफरिंग फ्रॉम लॉन्ग साइटेडनेस। ठीक है, नीयर पॉइंट जिहड़ा बंदे नूं लॉन्ग साइटेडनेस है, ਉਹਦਾ ਜਿਹੜਾ ਨੀਅਰ ਪੁਆਇੰਟ ਹੈ ਆਈ ਦਾ, ਉੱਤੇ ਕੀ ਫਰਕ ਪਏਗਾ, ਤੇ ਕੀ ਫਰਕ ਪਏਗਾ, ਉਹ ਬੇਟਾ 25 ਸੈਂਟੀਮੀਟਰ ਤੋਂ ਵੱਧ ਜਾਏਗਾ। ਆਪਾਂ ਲੌਂਗ ਸਾਈਟਡਨੈਸ ਕੀ ਕਹਿੰਦੇ, ਨੇੜੇ ਚੀਜ਼ ਨਜ਼ਰ ਨਹੀਂ ਆਉਂਦੀ। ਠੀਕ ਹੈ, और 25 ਸੈਂਟੀਮੀਟਰ अगर ਜਿਹੜਾ ਲੀਸਟ डिस्टेंस है डिस्टिंक्ट विजन ਦਾ 25 ਸੈਂਟੀਮੀਟਰ, तो फिर तो प्रॉब्लम नहीं हैगी कोई, अगर उस तो ਵੱਧ जाएगा तो ही प्रॉब्लम आएगी। ठीक है, सो ग्रेटर दैन 25 सेंटीमीटर। नेक्स्ट क्वेश्चन इज, स्प्लिटिंग ऑफ वाइट लाइट इंटू 7 कलर्स इज़ नोन एज। जदों वाइट लाइट स्प्लिट होंदी आ 7 रंगां दे विच, तो उहनूं की कहंदे बेटा, आपां कहने दैट इज़ डिस्पर्शन ऑफ लाइट। ओके,
नेक्स्ट है द नियर पॉइंट ऑफ हाइपरमेट्रोपिक पर्सन इज 15 सेंटीमीटर. द फोकल लेंथ ऑफ कन्वेक्स लेंस यूज्ड इन हिज स्पेक्टेकल शुड बी. एक नियर पॉइंट है, कोई हाइपरमेट्रोपिक पर्सन है, मीन दूर दृष्टि दोष वाला, ਉਹਦਾ 50 ਸੈਂਟੀਮੀਟਰ ਨੀਅਰ ਪੁਆਇੰਟ ਹੋ ਗਿਆ, ਵੱਧ ਗਿਆ 25 ਸੈਂਟੀਮੀਟਰ ਤੋਂ ਪਹਿਲੇ ਕੁਐਸਚਨ ਵੀ ਆਪਾਂ ਕੀਤਾ. ਦ ਫੋਕਲ ਲੈਂਥ ਆਫ ਕਨਵੈਕਸ ਲੈਂਸ ਯੂਜ਼ਡ ਇਨ ਦਿਸ ਸਪੈਕਟੇਕਲ ਸ਼ੁੱਡ ਬੀ. ਫੋਕਲ ਲੈਂਥ ਉਹਦੀ ਕੀ ਹੋਏਗੀ? ਉਹਦੇ ਲਈ ਬੇਟਾ ਕੁਝ ਟਰਮਸ ਨੂੰ ਆਪਾਂ ਯਾਦ ਰੱਖਣਾ ਕਿ ਪਹਿਲੀ ਗੱਲ ਤਾਂ ਹੈਗੀ ਆ ਜਿਹੜਾ ਨੀਅਰ ਪੁਆਇੰਟ ਹੋਣਾ ਕੀ ਚਾਹੀਦਾ 25 ਸੈਂਟੀਮੀਟਰ. ਓਕੇ, ਬਟ ਉਹਦਾ ਕੀ ਹੋ ਗਿਆ 50 ਸੈਂਟੀਮੀਟਰ. ਅਤੇ ਇੱਥੇ ਲੈਂਸ ਫਾਰਮੂਲਾ ਆਪਾਂ ਯੂਜ਼ ਕਰਨਾ. ਕੀ ਯੂਜ਼ ਕਰਨਾ? 1/v ਮਾਈਨਸ 1/u ਇਜ਼ ਇਕੁਅਲ ਟੂ 1/f. ਠੀਕ ਹੈ, ਹੁਣ v ਜਿਹੜਾ ਹੈ ਬੇਟਾ ਦੈਟ ਇਜ਼ ਦਾ ਜੋ ਉਹਦਾ ਨੀਅਰ ਪੁਆਇੰਟ ਹੈ. ਠੀਕ ਹੈ, ਉਹ ਕਿੰਨਾ ਆ ਜਾਏਗਾ ਬੇਟਾ 1/50 ਮਾਈਨਸ ਇੱਦਾਂ ਹੀ ਇਹ u ਕੀ ਆ 1/25 ਮਾਈਨਸ ਦਾ ਇਜ਼ ਇਕੁਅਲ ਟੂ 1/f. ਠੀਕ ਹੈ, ਹੁਣ ਇਹਨੂੰ ਆਪਾਂ ਸੋਲਵ ਕਰੀਏ ਤਾਂ ਮਾਈਨਸ 150 प्लस 125 इज इक्वल टू 1/f. ठीक है, हम यदा बेटा एलसीएम ले लेना आप. ठीक है, एलसीएम की आ जाएगा 50. ओके, एलसीएम 50 आ गया तो इत्थे की वैल्यू आ जाएगी -1 + 2. और इनू आप सॉल्व कर लीए दैट विल बी इक्वल टू 1/50. ये वैल्यू 1/f की 150 हो गई तो f की होएगी बेटा 50. ओके, सो इसका आंसर हैगा 4th. नेक्स्ट है 17th क्वेश्चन. ए सिंपल माइक्रोस्कोप कंसिस्ट ऑफ कन्वैक्स लेंस हुंदा बेटा ਉਹਦੇ ਵਿੱਚ, और ਉਹਦੀ फोकल लेंथ ਜਿਹੜੀ ਆ ਉਹ ਘੱਟ ਹੋਏਗੀ. ਜਿਹੜਾ सिंपल माइक्रोस्कोप है ਉਹਦੀ फोकल लेंथ घट ਹੁੰਦੀ है. Next, 19th question. Dispersion of light by glass prism takes place because key reason है the light of different colors have different intensities. Okay, intensities कहते different है उन्हों दियां. The light of different colors have different speed in medium. Medium ਦੇ ਵਿੱਚ ਉਹਦੀ speed change ਹੋ ਜਾਂਦੀ ਹੈ. ਠੀਕ ਹੈ, ਅਲੱਗ-ਅਲੱਗ ਕਲਰਸ ਦੀ ਅਲੱਗ-ਅਲੱਗ ਮੀਡੀਅਮ ਦੇ ਵਿੱਚ ਅਲੱਗ-ਅਲੱਗ ਸਪੀਡ ਹੁੰਦੀ ਹੈ. Different colors have different frequencies. Okay, the light of different colors have different energies. तो ਆਪਾਂ ਗੱਲ करके हटे बेटा वेवलेंथ ਤੇ frequency ਦਾ difference ਹੁੰਦਾ. ठीक है, so 19th question answer है different colors have different frequencies. Next है बेटा 20th question. Choose the correct definition of prism. It is an equilateral triangle. Its one angle must be 20 degree. The refracting surface must be inclined to each other. ਜਾਂ none. प्रिज्म ये आ. ठीक है, ये रिफ्लैक्टिंग सरफेसिज है. ये रिफ्लैक्टिंग सरफेस एक है, सैकेंड है, थर्ड है, एक दूजे के ऊपर इनक्लाइंड है बेटा, सारियाँ झुकियाँ हुई हैं. ठीक है, सो सी इज़ द करेक्ट आंसर. नेक्स्ट है बेटा 21st क्वेश्चन. द कलर ऑफ द स्पैक्ट्रम वाइट लाइट इज़ इन ऑर्डर ऑफ. केड़ा ऑर्डर है बेटा ਇਹਦਾ ਆਪਾਂ करके हटे हैं. विवग्योर सेकेंड, वायलट, इंडिगो, ब्लू, ग्रीन, येलो, ऑरेंज एंड रेड. Among the following, next question, among the following which part of the spectrum of white light produces maximum visibility? सब तो ज़्यादा visibility किहदे विच है बेटा? रेड दे विच है. फिर एग्जांपल आप देख सकते हैं ਜਿਹੜੇ डेंजर साइंस है दैट आर दे आर ऑफ रेड कलर क्योंकि ਉਹਦੀ विजिबिलिटी ज़्यादा है. ठीक है, ਉਹਦੀ विजिबिलिटी ज़्यादा. ਹਨੇਰੇ ਦੇ ਵਿੱਚ ਰਾਤ ਨੂੰ ਵੀ ਅਗਰ ਕਿਤੇ ਕੁਛ ਲਾਈਟ ਜਗ ਰਹੀ ਹੈ ਸਾਨੂੰ ਕੋਈ ਇੰਡੀਕੇਟ ਕਰਨ ਦੇ ਲਈ ਤਾਂ ਦੈਟ ਇਜ਼ ਇਨ ਰੈਡ ਕਲਰ ਕਿਉਂਕਿ ਉਹਦੀ ਵਿਜ਼ਿਬਿਲਿਟੀ ਸਭ ਤੋਂ ਜ਼ਿਆਦਾ ਹੁੰਦੀ ਹੈ. The color of light which is deviated the most by a prism in the spectrum of white light is. ਕਿਹੜਾ ਕਲਰ ਸਭ ਤੋਂ ਜ਼ਿਆਦਾ ਬੇਟਾ ਡੇਵੀਏਟ ਹੁੰਦਾ? ਇਹ ਦੁਬਾਰਾ ਫਿਰ ਕੁਐਸਚਨ ਆ ਰਿਹਾ, ਰਿਪੀਟ ਹੋ ਰਿਹਾ. ਦੈਟ ਇਜ਼ ਵਾਇਲਟ, ਸਭ ਤੋਂ ਨੀਚੇ ਵਾਲਾ. ਠੀਕ. 24th question. Choose the correct options about prism. First option is a prism is used to deviate light. ਲਾਈਟ ਨੂੰ ਮੋੜਨ ਦੇ ਲਈ ਯੂਜ਼ ਕੀਤਾ ਜਾਂਦਾ. ਸੈਕੰਡ ਹੈ ਡੇਵੀਏਸ਼ਨ ਪ੍ਰੋਡਿਊਸਡ ਬਾਈ ਪ੍ਰਿਜ਼ਮ ਇਜ਼ ਇੰਡੀਪੈਂਡੈਂਟ ਆਫ ਦ ਐਂਗਲ ਆਫ ਇੰਸੀਡੈਂਟ. ਕਿ ਇੰਸੀਡੈਂਸ ਐਂਗਲ ਦੇ ਉੱਪਰ ਡਿਪੈਂਡ ਨਹੀਂ ਕਰਦਾ.
द डेविएशन डिपेंड्स ऑन द एंगल ऑफ प्रिज्म ओनली, कि सिर्फ एंगल ऑफ प्रिज्म ते ही डिपेंड करता। फोर्थ हैगा रेक्टेंगुलर ग्लास स्लैब कैन एक्ट लाइक प्रिज्म, नो इदा भी नहीं हो सकता। ठीक है, सो ये करैक्ट आंसर फर्स्ट ही है बेटा कि जिहड़ा प्रिज्म है वो लाइट नूं डिवेट करने के लिए यूज़ किया जाता। नेक्स्ट है 25th क्वेश्चन, ए टर्म accommodation as applied to the eye refers to its ability to, accommodation का की मतलब है कंट्रोल द लाइट इंटेंसिटी फॉलिंग ऑन द रेटिना, कि रेटिना के उपर जी लाइट पै रही है उन्होंने कंट्रोल करता। इरैक्ट द वर्चुअल इमेज फाउंड ऑन द रेटिना, कि रेटिना उपर जो इमेज बन रहा है उन्होंने सीधा कर दिंदा। थर्ड है कि एडजस्ट द फोकल लेंथ ऑफ द लेंस, कि फोकल लेंथ लेंस की एडजस्ट होंगी है, ਜਾਂ वेरी द डिस्टेंस बिटवीन लेंस एंड रेटिना, कि रेटिना तो लेंस के डिस्टेंस बढ़ा दिंदा। ठीक है, किहड़ा ऑप्शन सही होएगा बेटा कि ਲੈਂਸ ਦੀ ਫੋਕਲ ਲੈਂਥ ਨੂੰ ਹੀ ਐਡਜਸਟ ਕਰਦਾ। ਅਕਮੋਡੇਸ਼ਨ ਤਾਂ ਇਹੀ ਆ ਕਿ ਸਿਲਰੀ ਮਸਲ ਜਿਹੜੇ ਆ ਉਹਦੀ ਅਕਮੋਡੇਸ਼ਨ ਨੂੰ, ਪਾਵਰ ਆਫ ਅਕਮੋਡੇਸ਼ਨ ਨੂੰ ਠੀਕ ਕਰ ਦਿੰਦਾ। ਓਕੇ, ਐਡਜਸਟ ਕਰ ਦਿੰਦਾ। ਵਿਚ ਪਾਰਟ ਆਫ ਦਾ ਆਈ ਕੈਨ ਬੀ ਡੋਨੇਟਡ ਆਫਟਰ ਡੈਥ, ਆਫਟਰ ਡੈਥ ਕਿਹੜਾ ਅੱਖ ਦਾ ਪਾਰਟ ਜਿਹੜਾ ਡੋਨੇਟ ਕੀਤਾ ਜਾ ਸਕਦਾ। ਐਕਚੁਅਲੀ ਅੱਖ ਦਾ ਬੇਟਾ ਸਭ ਤੋਂ ਬਲਜ ਪੋਰਸ਼ਨ ਆਪਾਂ ਜਿਹੜੀ ਗੱਲ ਕੀਤੀ ਇਹਦੇ ਵਿੱਚੋਂ ਲਾਈਟ ਐਂਟਰ ਹੁੰਦੀ ਹੈ, ਦੈਟ ਇਜ਼ ਕੋਰਨੀਆ। और ਜਿਹੜੇ ਬਲਾਈਂਡ ਪਰਸਨਸ ਹੈ ਬੇਟਾ ਉਹਨਾਂ ਦੇ ਵਿੱਚ ਕੋਰਨੀਆ ਹੀ ਜਿਹੜਾ ਆ ਦੈਟ ਇਜ਼ ਓਪੇਕ, ਉਹ ਓਪੇਕ ਹੋ ਜਾਂਦਾ ਕਿ ਉਹਦੇ ਵਿੱਚੋਂ ਲਾਈਟ ਪਾਸ ਹੀ ਨਹੀਂ ਹੁੰਦੀ। ਠੀਕ ਹੈ, ਦੈਟਸ ਵਾਈ ਉਹ ਪਰਸਨ ਦੇਖ ਨਹੀਂ ਸਕਦਾ। ਸੋ ਇਹ ਜਿਹੜਾ ਪਾਰਟ ਹੈ ਕੋਰਨੀਆ ਆ, ਇਹਨੂੰ ਜਿਹੜਾ ਹੈ ਡੋਨੇਟ ਕੀਤਾ ਜਾ ਸਕਦਾ। ਠੀਕ, ਸੋ ਥਰਡ ਇਜ਼ ਦਾ ਕਰੈਕਟ ਆਪਸ਼ਨ। ਵੇਅਰ ਇਜ਼ ਦਾ ਇਮੇਜ ਫॉर्म्ड इन एन आई सफरिंग फ्रॉम मायोपिया, अगर कोई बंदा मायोपिया तो पीड़ित है, ਨੀਅਰ ਸਾਈਟਡਨੈਸ ਮੀਨ ਨਿਕਟ ਦ੍ਰਿਸ਼ਟੀ ਦੋਸ਼ ਤੋਂ ਪੀੜਤ ਹੈ, ਤਾਂ ਉੱਥੇ ਇਮੇਜ ਕਿੱਥੇ ਬਣੇਗਾ। ਆਪਾਂ ਪਹਿਲਾਂ ਹੀ ਗੱਲ ਕਰ ਲਈ ਕਿ ਦੈਟ ਇਜ਼ ਰੈਟੀਨਾ ਤੋਂ ਪਹਿਲਾਂ, ਬਿਫੋਰ ਰੈਟੀਨਾ। ਠੀਕ, ਔਨ ਰੈਟੀਨਾ ਤਾਂ ਨੋਰਮਲ ਆਈ ਆ, ਬਿਹਾइंड ਰੈਟੀਨਾ ਫਾਰ ਸਾਈਟਡਨੈਸ ਹੈ। ਓਕੇ, ਨੈਕਸਟ ਕੁਐਸਚਨ 28, ਟਵਿੰਕਲਿੰਗ ਆਫ ਸਟਾਰ ਡਿਊ ਟੂ, ਜੋ ਤਾਰੇ ਟਿਮਟਮਾਉਂਦੇ ਆ ਬੇਟਾ ਉਹ ਕਿਉਂ ਟਿਮਟਮਾਉਂਦੇ ਆ, ਦੈਟ ਇਜ਼ ਡਿਊ ਟੂ रिफ्लैक्शन ऑफ लाइट। ठीक है, बहुत सारी लाइट जी रिफ्लैक्ट होंगी है। ठीक है, रिफ्लैक्ट होके वापस मुड़ जाती है, टर्न कर जाती है ना। ठीक है, सो इसका आंसर हैगा रिफ्रैक्शन ऑफ लाइट। ठीक है, रिफ्रैक्शन ऑफ लाइट कि लाइट कदे साढ़े को घट पास हो रही है, कदे ज़्यादा पास हो रही है, कोई इधर मुड़ जाती है, कोई उधर मुड़ जाती है ना। रिफ्रैक्शन तो यही है। सो रिफ्रैक्शन ऑफ लाइट के करके तारे सानू जो टिमटिमाते नज़र आते। नेक्स्ट है व्हाट हैपन्स टू द पीपल व्हेन आई फेसिस ब्राइट लाइट। पीपल की है बेटा दैट इज़ द ओपनिंग बिटवीन द आइरस। ओके, हुण जदों पीपल नूं की हुंदा जदों बहुत ब्राइट लाइट दे विच ब्राइट लाइट वो फेस करदा। सपोज हुण आपां हनेरे कमरे 'च बैठे हैं। ठीक है, हनेरे कमरे 'च की होया साडे बेटा पीपल दा साइज़ बहुत ज़्यादा वध जांदा क्योंकि लाइट घट हुंदी है। अगर अख ने देखने की कोशिश करनी है, अगर अख ने थोड़ा बहुत देख पाना हनेरे 'च, वो तां ही देख पाती है कि पीपल का साइज़ बहुत बड़ा होंदा ताकि ज़्यादा लाइट उस एंटर होवे। और हनेरे 'च बैठे हैं तो लाइट पीपल का साइज़ बहुत बड़ा होया। जिद्दां ही आप डार्क हनेरे डार्क तो लाइट दे विच जाने हुण पीपल का साइज़ बड़ा आ तो सानू बाहर निकल के बड़ी सानू लगता कि अखां 'च बहुत ज़्यादा ब्राइट लाइट पई आ, अखां एकदम बंद कर लैंदे है ना। दैट मीनस जदों पीपल ब्राइट लाइट फेस करता तो साइज़ पीपल का घट होना चाहिए, डिक्रीजड होना चाहिए। ठीक है, ताही उहदे विच घट लाइट पास होएगी, अदरवाइज साड़ी अख नूं लॉस हो सकता। उल्टा भी यही है, जगर मान लो आप किते ब्राइट लाइट चो हनेरे कमरे जाने सानू कुछ देर दिखता नहीं। फॉर एग्जाम्पल आप थिएटर जाने कोई मूवी देखने जाने अंदर हनेरा हुंदा, अगर आप ब्राइट लाइट दे विच अंदर एंटर होवांगे तो कुछ सैकेंड जिहड़ा आ वो सानू नज़र नहीं आऊगा। क्यों? क्योंकि ब्राइट लाइट दे विच साडा पीपल का साइज़ छोटा होया और जो हनेरे च जाने वो छोटे तो बड़ा होने टाइम लगता, उन्नी देर तक सानू नज़र नहीं आता। ठीक है, सो जो ब्राइट लाइट होएगी तो साइज़ ऑफ पीपल छोटा हो जाता, डिक्रीज हो जाता। नेक्स्ट क्वेश्चन है बेटा 13th, ए ह्यूमन आई विच कैन सी डिस्टेंस ऑब्जेक्ट क्लीयरली वट कैनॉट सी द नियर ऑब्जेक्ट्स क्लीयरली सेड टू बी सफरिंग फ्रॉम विच डिफेक्ट। ਨੀਅਰ ऑब्जेक्ट क्लीयरली नहीं नज़र आती तो दैट इज़ नोन एज फार साइटेडनैस और आप इनू कहांगे हाइपरमेट्रोपिया। ठीक है, नियर एंड फार पॉइंट ऑफ ए यंग परसन नॉर्मल आई रिस्पैक्टिवली आर। नियर पॉइंट बेटा वही 25 सेंटीमीटर है और फार पॉइंट जोड़ा दैट इज़ एट इन्फिनिटी।
ओके, इनू भी याद रखना, सी इज़ द करैक्ट आंसर। ठीक है, कोई लिमिट नहीं आप कितने तक देख सकते। नैक्सट है 32nd क्वेश्चन, वन कैनॉट सी थ्रू द फॉग, धुंध दे विचों सानू नज़र नहीं आता, बिकॉज, क्यों? फर्स्ट इज रिफ्रैक्टिव इंडेक्स ऑफ द फॉग इज़ वेरी हाई, light suffers total reflection at droplets, fog absorbs light, and fourth is the light is scattered by the droplets। इसका करेक्ट आंसर है बेटा लास्ट, लाइट इज scattered by the droplets। नेक्स्ट क्वेश्चन है 33rd, फिगर ए बी सी रिस्पैक्टिवली इंडिकेट द पॉइंट इन केस ऑफ नंबर 1 बी एंड सी। ਹੁਣ देखो 1 ਜਿਹੜੀ फस्ट डायग्राम है आई दी, ਇੱਥੇ ਦੇਖੋ ਇਮੇਜ ਵਿੱਚ ਤਾਂ ਰੈਟੀਨਾ ਤੇ ਬਣ ਰਿਹਾ, ਬਿਲਕੁਲ ਰੈਟੀਨਾ ਤੇ ਬਣ ਰਿਹਾ, ਦੈਟ ਮੀਨ ਇਟ ਇਜ਼ ਨਾਰਮਲ ਆਈ। ਇੱਥੇ ਦੇਖੋ ਰੈਟੀਨਾ ਤੋਂ ਪਿੱਛੇ ਬਣ ਰਿਹਾ, ਦੈਟ ਮੀਨ ਇਹ ਫਾਰ ਸਾਈਟਡਨੈਸ ਹੈ, ਮੀਨ ਹਾਈਪਰਮੈਟ੍ਰੋਪਿਕ ਆਈ ਹੈ। ਇੱਥੇ ਨੇੜੇ ਬਣ ਰਿਹਾ, ਇਟ ਮੀਨਸ ਇਟ ਇਜ਼ ਸ਼ਾਰਟ ਸਾਈਟਡਨੈਸ, ਔਰ ਇਹਨੂੰ ਮਾਇਓਪਿਕ ਆਈ ਹੈ। ਠੀਕ ਹੈ, ਸੋ ਇਹਨਾਂ ਵਿੱਚੋਂ ਆਪਾਂ ਨੀਚੇ ਵਾਲਿਆਂ ਚੋਂ ਏ ਬੀ ਸੀ ਚੋਂ ਦੇਖਣਾ ਕਿ ਕਿਹੜਾ ਇਸ ਸੀਰੀਜ਼ ਦੇ ਵਿੱਚ ਹੈ। ਫਸਟ ਇਜ਼ ਦ ਨਾਰਮਲ ਆਈ, ठीक है, सेकंड इज़ द हाइपरमेट्रोपिया, एंड थर्ड वन इज़ द मायोपिक आई, सो सी इज़ द करेक्ट आंसर। नेक्स्ट क्वेश्चन, एट नून द सन अपीयर्स वाइट एज, ब्लू कलर इज scattered द मोस्ट, रेड कलर इज scattered द मोस्ट, लाइट इज लीस्ट scattered। ठीक है, घट लाइट स्कैटर हो रही है। ऑल द कलर ऑफ द वाइट लाइट आर scattered अवे, सारे के सारे कलर ਜਿਹੜੇ वाइट लाइट ਦੇ ਆ ਉਹ ਸਕੈਟਰਡ ਹੋ ਗਏ। ਇਹਦੇ ਵਿੱਚ ਆਨਸਰ ਆਏਗਾ ਬੇਟਾ ਲਾਈਟ ਇਜ਼ ਲੀਸਟ ਸਕੈਟਰਡ। ਕਿਉਂ? ਕਿਉਂਕਿ ਜਦੋਂ ਆਪਾਂ ਬੇਟਾ ਅਰਥ ਦੇ ਉੱਪਰ ਹੈ, ਜੋ ਦੁਪਹਿਰਾ ਹੈ ਬਿਲਕੁਲ, ਸਨ ਸਾਡੇ ਬਹੁਤ ਨੇੜੇ ਆ। ਠੀਕ ਹੈ, ਮਾਰਨਿੰਗ ਟਾਈਮ, ਈਵਨਿੰਗ ਟਾਈਮ ਆ ਡਿਸਟੈਂਸ ਜ਼ਿਆਦਾ ਹੁੰਦੇ ਆ। ਇੱਥੇ ਬੜੀ ਸਕੈਟਰਿੰਗ ਹੁੰਦੀ ਆ ਲਾਈਟ ਦੀ, ਬਲੂ ਕਲਰ ਦੀ ਸਪੈਸ਼ਲੀ, ਸਾਨੂੰ ਅਸਮਾਨ ਬਲੂ ਨਜ਼ਰ ਆਉਂਦਾ। ਜਦੋਂ ਇੱਥੋਂ ਲਾਈਟ ਆ ਰਹੀ ਹੈ, ਨੇੜੇ ਦਾ ਡਿਸਟੈਂਸ ਹੈ, ਤਾਂ ਸਕੈਟਰਿੰਗ ਬਹੁਤ ਘੱਟ ਹੁੰਦੀ ਹੈ। ਠੀਕ, नेक्स्ट है 35th क्वेश्चन, ए गॉट हिज आई टेस्टेड द ऑप्टिशियन प्रिस्क्रिप्शन फॉर द स्पेक्टेकल्स वाज लैफ्ट आई -3, राइट आई -3.5। ਹੁਣ ਜਿਹੜੇ ਮਾਈਨਸ ਦੇ ਵਿੱਚ ਡਿਫੈਕਟ ਹੈ, ਦੈਟ ਇਜ਼ ਮੇਨਲੀ ਜਿਹੜਾ ਹੁੰਦਾ ਬੇਟਾ, ਦੈਟ ਇਜ਼ ਮਾਇਓਪੀਆ, ਉਹਨੂੰ ਸ਼ਾਰਟ ਸਾਈਟਡਨੈਸ ਹੈ। ਠੀਕ, नेक्स्ट क्वेश्चन इज़ राहुल फाइंड्स डिफिकल्ट टू रीड द ऑडोमीटर ऑन ए डैशबोर्ड ऑफ द कार। ऑडोमीटर मीन ਜਿਹੜਾ ਵਿੱਚ ਆਪਾਂ ਦੇਖਦੇ ਹਾਂ ਕਿਲੋਮੀਟਰਸ ਸ਼ੋ ਹੋ ਰਹੇ ਹੈ ਨਾ, ਕਿੰਨਾ ਚੱਲ ਗਈ ਗੱਡੀ, ਸਕੂਟਰ, ਮੋਟਰਸਾਈਕਲ ਜੋ ਵੀ ਹੈ, ਉਹ ਬਿਲਕੁਲ ਕਲੋਜ਼ ਹੁੰਦਾ। ਬਟ ਨਾਟ ਏਬਲ ਟੂ ਕਲੀਅਰ, ਬਟ ਇਜ਼ ਏਬਲ ਟੂ ਕਲੀਅਰਲੀ ਰੀਡ ਏ ਡਿਸਟੈਂਸ ਰੋਡ ਸਾਈਨ, ਦੂਰ ਜਿਹੜੇ ਰੋਡ ਦੇ ਉੱਪਰ ਸਾਈਨਸ ਲੱਗੇ ਉਹਨਾਂ ਨੂੰ ਕਲੀਅਰਲੀ ਦੇਖ ਸਕਦਾ। ਦੈਟ ਮੀਨ ਇਹ ਹੋਇਆ ਕਿ ਉਹ ਬੇਟਾ ਉਹਦੀ ਨੀਅਰ ਸਾਈਟਡਨੈਸ, ਜੋ ਅਬ ਨੇੜੇ ਦੀ ਨਜ਼ਰ ਹੈ, वो वीक है, और दूर की नज़र ठीक है। ठीक है, ਇਹਦਾ ਹੀ ਮਤਲਬ ਹੋਇਆ। ਸੋ ਇਹਦਾ ਮਤਲਬ ਇਹ ਹੋਇਆ ਕਿ ਅਗਰ ਉਹਦੀ ਨੇੜੇ ਦੀ ਨਜ਼ਰ ਵੀਕ ਹੈ ਤਾਂ ਉਹਨੂੰ ਫਾਰ ਸਾਈਟਡਨੈਸ ਹੈ। ਓਕੇ, ਔਰ ਫਾਰ ਸਾਈਟਡਨੈਸ ਦੇ ਕੇਸ ਦੇ ਵਿੱਚ ਦ ਫਾਰ ਪੁਆਇੰਟ ਆਫ ਹਿਜ਼ ਆਈ ਹੈਜ਼ receded away, so C is the correct answer। 37th question, with both eyes open a person field of view is about, दोनों अखां खुलियां ते ਜਿਹੜੇ ਸਾਡਾ ਫੀਲਡ ਆਫ ਵਿਜ਼ਨ ਹੈ ਬੇਟਾ, ਦੈਟ ਇਜ਼ ਐਟ 180। ਅਗਰ ਆਪਾਂ ਬਿਲਕੁਲ ਸਾਹਮਣੇ ਵੀ ਦੇਖਦੇ ਹਾਂ ਨਾ, ਆਪਾਂ ਨੂੰ ਲੈਫਟ ਹੈਂਡ ਸਾਈਡ ਔਰ ਰਾਈਟ ਹੈਂਡ ਸਾਈਡ ਕਾਫੀ ਫੀਲ ਹੋ ਜਾਂਦਾ ਅਗਰ ਕੋਈ ਚੀਜ਼ ਮੌਜੂਦ ਹੋਵੇ। ਠੀਕ ਹੈ, ਅਗਰ ਇੱਕ ਅੱਖ ਹੈ ਤਾਂ ਲਗਭਗ 150 ਡਿਗਰੀ ਦਾ ਜਿਹੜਾ ਵਿਊ ਹੁੰਦਾ। ਠੀਕ, नेक्स्ट क्वेश्चन है, इन विच ऑफ द फॉलोइंग केसेस विल नो डिस्पर्सन टेक्स प्लेस व्हेन सनलाइट पासिस थ्रू। किहदे विच डिस्पर्सन नहीं होएगी बेटा? ये देखो प्रिज्म है, दोनों सरफेसिज पैरेलल नहीं हैगियां, डिस्पर्सन हुंदी है। ये भी प्रिज्म है, बेशक उल्टा बनाता, ये भी दोनों सरफेसिज पैरेलल नहीं हैगियां, डिस्पर्सन होएगी। ये भी साइड वाइज बनाता, डिस्पर्सन होएगी। ये विच डिस्पर्सन नहीं होंदी बेटा। सो ग्लास स्लैब बड़ा जिहड़ा है दैट इज़ द करैक्ट आंसर। Next is 39th, second last question. Astigmatism is usually caused by an irregularly shaped cornea। Astigmatism बेटा एक प्रॉब्लम है, एक डिजीज़ है आई का। ठीक है, ਉਹਦੇ ਵਿੱਚ स्पैशली कि अगर
ਇੱਦਾਂ ਦਾ ਕੋਈ ਵਿਊ ਆ, ਸਪੈਸ਼ਲ ਜਾਲੀ ਹੈ ਜਿੱਦਾਂ ਮੰਨ ਲਓ ਹੈ ਨਾ, ਇੱਕ ਹੌਰੀਜ਼ੌਂਟਲ ਜਾਲੀ ਦੀਆਂ ਇੱਕ ਸਾਈਡ ਹੌਰੀਜ਼ੌਂਟਲ ਹੁੰਦੀ ਹੈ, ਇੱਕ ਵਰਟੀਕਲ ਹੁੰਦੀ ਹੈ ਨਾ, ਤਾਂ ਉਦੋਂ ਇਹ ਪ੍ਰੋਪਰਲੀ ਨਜ਼ਰ ਨਹੀਂ ਆਉਂਦੀ। ਠੀਕ ਹੈ, ਔਰ ਇਹ ਪ੍ਰੋਬਲਮ ਕਾਜ਼ ਮੇਨਲੀ ਹੁੰਦੀ ਆ ਕਿ ਜਿਹੜਾ ਕੋਰਨੀਆ ਆ ਉਹ ਇਰਰੈਗੂਲਰ ਸ਼ੇਪ ਹੋ ਜਾਂਦਾ। ਇੱਕ ਇਹ ਵੀ ਆ, ਇੱਕ ਜਿਹੜੀ ਅੱਖ ਦੀ ਸ਼ੇਪ ਹੈ ਦੈਟ ਮੇ ਬੀ ਓਵਲ ਨਾ ਹੋਵੇ। ਠੀਕ ਹੈ, ਉਹ ਪ੍ਰੋਬਲਮ ਆ ਜਾਂਦੀ ਹੈ। ਦੋਨੋਂ ਕਾਰਨਾਂ ਕਰਕੇ ਜਿਹੜਾ ਸਟਿਗਮਾਟਿਜ਼ਮ ਪੈਦਾ ਹੁੰਦਾ। ਸੋ ਫਸਟ ਇਜ਼ ਦਾ ਕਰੈਕਟ ਆਂਸਰ। ਰੇਨਬੋ ਇਜ਼ ਦਾ ਨੈਚੁਰਲ ਫਿਨੋਮੀਨਨ ਵਿਚ ਡਿਸਪਰਸ਼ਨ ਟੇਕਸ ਪਲੇਸ। ਯੈਸ, ਡਿਸਪਰਸ਼ਨ ਹੁੰਦੀ ਆ। ਆਪਾਂ ਕਿਹਾ ਸੀ ਰਿਫਰੈਕਸ਼ਨ ਵੀ ਹੁੰਦੀ ਆ, ਰਿਫਲੈਕਸ਼ਨ ਵੀ ਹੁੰਦੀ ਆ, ਅਤੇ ਡਿਸਪਰਸ਼ਨ ਵੀ ਹੁੰਦੀ ਆ। ਦੈਟ ਮੀਨਸ ਬੋਥ A and B are true statements. Okay, and the last question is, having two eyes facilitates in number one, increase the field of view, bringing three-dimensional view, developing the concept of distance, size. Then the correct option is, ਕਿਹੜਾ correct option ਹੋਏਗਾ? ਦੋ ਆਈਜ਼ ਹੋਣ ਦੇ ਨਾਲ ਬੇਟਾ ਜਿਹੜਾ ਫੀਲਡ ਆਫ ਵਿਊ ਜਿਹੜਾ ਆ ਉਹ ਇਨਕਰੀਜ਼ ਹੁੰਦਾ। ਦੈਟ ਮੀਨ A ਓਨਲੀ। ਠੀਕ। ਸੋ ਬੇਟਾ ਇਹ ਸੀ ਕਿ ਸਾਡੇ 11th ਕੁਐਸਚਨ ਦੇ ਜਿਹੜੇ 11th ਚੈਪਟਰ ਦੇ ਕੁਛ ਤੁਹਾਡੇ ਪੈਸ ਦੀ ਸਰਵੇ ਦੇ ਲਈ ਕੁਛ ਕੁਐਸਚਨ ਆਨਸਰ ਦੀ ਪ੍ਰੈਕਟਿਸ। ਅਤੇ ਫਿਰ ਆਪਾਂ ਬੇਟਾ ਨੈਕਸਟ ਵੀਡੀਓ ਲੈ ਕੇ ਨੈਕਸਟ ਚੈਪਟਰ ਦੇ ਨਾਲ ਮੈਂ ਫਿਰ ਹਾਜ਼ਰ ਹੋਊਂਗਾ। ਥੈਂਕ ਯੂ, ਹੈਵ ਏ ਨਾਈਸ ਡੇ।